ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਆਪ ਜੀ ਨਾਲ ਭਾਈ ਗੁਰਦਾਸ ਜੀ ਦੀ 14ਵੀਂ ਵਾਰ ਦਾ ਆਪ ਜੀ ਨਾਲ ਵਿਚਾਰ ਕਰਾਂਗੇ। ਇਸ ਵਾਰ ਦਾ ਟਾਈਟਲ ਹੈ ਬੇਣੀ ਭਗਤ। ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਵ ਲਾਵੈ। ਕਰਮ ਕਰੇ ਅਧਿਆਤਮੀ, ਹੋਰਸ ਕਿਸੇ ਨਾ ਅਲਖ ਲਖਾਵੈ। ਘਰ ਆਇਆ ਜਾਂ ਪੁੱਛੀਏ, ਰਾਜ ਦੁਆਰ ਗਿਆ ਅਲਾਵੇ। ਘਰ ਸਭ ਬੱਥੂ ਮੰਗੀਅਨ, ਵੱਲ ਛਲ ਕਰਕੇ ਝੱਤ ਨਗਾਵੈ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ। ਪੈਜ ਸਵਾਰੇ ਭਗਤ ਦੀ, ਰਾਜਾ ਹੋਏ ਕੇ ਘਰ ਚੱਲ ਆਵੈ। ਦੇ ਦਲਾਸਾ ਤੁਸ ਕੈ, ਅਣਗਣਤੀ ਖਰਚੀ ਪਹੁੰਚਾਵੇ। ਉੱਥੋਂ ਆਇਆ ਭਗਤ ਪਾਸ, ਹੋਏ ਦਇਆਲ ਹੇਤ ਉਪਜਾਵੇ। ਭਗਤ ਜਨਾ ਜੈਕਾਰ ਕਰਾਵੇ। ਗੁਰੂ ਪਿਆਰੀ ਸਾਧ ਸੰਗਤ, ਭਗਤ ਬੇਣੀ। ਇਹ ਜੋ ਭਗਤਾਂ ਦੀ ਬਾਣੀ ਆਪ ਸੁਣ ਰਹੇ ਹੋ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਨਾਮਦੇਵ, ਸਵਾਮੀ ਰਾਮਾਨੰਦ, ਇਹਨਾਂ ਦੀ ਅੰਤਰ ਤੌਰ 'ਤੇ ਕਹਾਣੀ ਇੱਕ ਹੈ, ਪਰ ਬਾਹਰੋਂ ਜੋ ਜੀਵਨ ਹੈ ਉਹ ਥੋੜ੍ਹਾ ਅਲੱਗ-ਅਲੱਗ ਹੈ। ਕਿਸੇ ਦਾ ਕੋਈ ਕਿੱਤਾ ਹੈ, ਕਿਸੇ ਦਾ ਕੋਈ ਕਿੱਤਾ ਹੈ। ਕੋਈ ਆਪਣੇ ਕਿੱਤੇ ਦੇ ਵਿੱਚ ਲੱਗ ਕੇ ਧਿਆਉਂਦਾ ਹੈ ਅਤੇ ਕੋਈ ਛਡਾ ਕੇ ਜੰਗਲ ਦੇ ਵਿੱਚ ਬੈਠ ਕੇ ਧਿਆਉਂਦਾ ਹੈ। ਧਿਆਉਂਦੇ ਉਸ ਪਰਮੇਸ਼ਰ ਨੂੰ ਹੀ ਹਨ ਸਾਰੇ। ਧਿਆਉਣ ਦਾ ਤਰੀਕਾ ਅਲੱਗ-ਅਲੱਗ ਹੈ, ਪਰ ਮੰਜ਼ਿਲ ਸਾਰਿਆਂ ਦੀ ਇੱਕ ਹੈ। ਸੋ ਪਿਆਰੀ ਸਾਧ ਸੰਗਤ, ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਵ ਲਾਵੈ। ਜਿਹੜਾ ਗੁਰਮੁਖ ਹੈ, ਬੇਣੀ ਭਗਤ ਸਦਾਉਂਦਾ ਹੈ, ਇਕਾਂਤ ਵਿੱਚ ਚਲਿਆ ਜਾਂਦਾ ਹੈ ਜੰਗਲ ਦੇ ਵਿੱਚ। ਉੱਥੇ ਜਾ ਕੇ ਲਿਵ ਲਾਉਂਦਾ ਹੈ। ਜੰਗਲ ਦੇ ਵਿੱਚ ਸਿਰਫ ਪਸ਼ੂ ਪੰਛੀ ਦੇਖਣ ਨੂੰ ਮਿਲਦੇ ਹਨ। ਪਿਆਰੀ ਸਾਧ ਸੰਗਤ, ਇੱਕ ਗੱਲ ਹੈ, ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੈ ਕਿ ਸਾਰਾ ਕੰਮ ਕਰਦੇ ਹੋਏ ਉਸ ਪਰਮੇਸ਼ਰ ਦੇ ਵਿੱਚ ਲਿਵ ਲਾ ਕੇ ਅਸੀਂ ਮੁਕਤ ਹੋ ਜਾਈਏ। ਇਹ ਸੰਸਾਰ ਗਾਉਂਦਾ, ਹੱਸਦਾ, ਰੋਂਦਾ, ਕਰਲਾਉਂਦਾ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਕਿਤੇ ਸੁੱਖ ਹੈ, ਕਿਤੇ ਦੁੱਖ ਹੈ, ਕਿਤੇ ਇੱਕ ਹੈ, ਕਿਤੇ ਅਨੇਕ ਹੈ, ਕਿਤੇ ਲੈਣਾ ਹੈ, ਕਿਤੇ ਦੇਣਾ ਹੈ, ਕਿਤੇ ਖਾਣਾ ਹੈ, ਕਿਤੇ ਪਰਚਾਉਣਾ ਹੈ। ਇਹ ਸੰਸਾਰ ਦੇ ਰੰਗ ਹਨ। ਪਿਆਰੀ ਸਾਧ ਸੰਗਤ, ਇਕਾਂਤ ਦਾ ਜੋ ਆਨੰਦ ਹੈ ਉਹ ਇੱਕ ਇਕਾਂਤ ਵਾਸੀ ਪੁਰਸ਼ ਹੀ ਜਾਣਦਾ ਹੈ। ਜਿਹੜੇ ਸੰਸਾਰ ਦੇ ਵਿੱਚ ਖੱਚਤ ਹੋਏ ਪਏ ਲੋਕ ਹਨ, ਸਵੇਰੇ ਉੱਠ ਕੇ ਭੀੜ ਦੇਖਣ ਨੂੰ ਮਿਲਦੀ ਹੈ, ਸ਼ਾਮ ਨੂੰ ਸੌਣ ਲੱਗੇ ਭੀੜ ਦੇਖਣ ਨੂੰ ਮਿਲਦੀ ਹੈ। ਸਾਰਾ ਦਿਨ ਜੋ ਗਲੀਆਂ ਬਾਜ਼ਾਰਾਂ ਵਿੱਚ ਘੁੰਮ ਕੇ ਕੰਨਾਂ ਦੇ ਵਿੱਚ ਆਵਾਜ਼ਾਂ ਪੈਂਦੀਆਂ ਹਨ, ਅਤੇ ਉਹ ਮਨ ਐਸਾ ਸਭ ਕੁਛ ਰਿਕਾਰਡਿੰਗ ਕਰਦਾ ਹੋਇਆ ਇਕਾਂਤ ਵਿੱਚ ਕਿਸ ਤਰ੍ਹਾਂ ਬੈਠ ਸਕਦਾ ਹੈ? ਜੇਕਰ ਬੈਠੇਗਾ ਤਾਂ ਜਿਹੜਾ ਰਿਕਾਰਡ ਭਰਿਆ ਹੋਇਆ ਹੈ ਉਹੀ ਕੰਨਾਂ ਵਿੱਚ ਵੱਜੇਗਾ। ਇਸ ਕਰਕੇ ਇਕਾਂਤ ਦਾ ਜਿਹੜਾ ਸੁੱਖ ਹੈ, ਉਹਦਾ ਆਨੰਦ ਹੈ, ਉਹ ਇਕਾਂਕਸ਼ੀ ਪੁਰਸ਼ ਹੀ ਜਾਣ ਸਕਦਾ ਹੈ। ਸੋ ਪਿਆਰੀ ਸਾਧ ਸੰਗਤ, ਪਹਿਲਾਂ ਅਭਿਆਸ ਕਰਨ ਲੱਗਿਆਂ ਇਕਾਂਤ ਦੀ ਬਹੁਤ ਲੋੜ ਹੈ, ਬਹੁਤ ਹੀ ਜ਼ਿਆਦਾ ਲੋੜ ਹੈ। ਜੇਕਰ ਅਸੀਂ ਇਸ ਸ਼ਲੋਕ ਨੂੰ ਲੈ ਲਈਏ, ਖਨੰਦਿਆਂ ਆਨੰਦਿਆਂ ਹਡੰਦਿਆਂ ਵਿੱਚੇ ਹੋਵੇ ਮੁਕਤ, ਇਹ ਬਾਅਦ ਦੀ ਅਵਸਥਾ ਹੈ। ਪਹਿਲਾਂ ਜਦੋਂ ਊੜਾ ਐੜਾ ਪੜ੍ਹਨਾ ਪੈਂਦਾ ਹੈ ਅਤੇ ਟੀਚਰ ਬੱਚੇ ਦਾ ਹੱਥ ਪਕੜ ਕੇ ਉਸ ਨੂੰ
ਊੜਾ ਲਿਖਾਉਂਦਾ ਹੈ, ਐੜਾ ਲਿਖਾਉਂਦਾ ਹੈ, ਈੜੀ ਲਿਖਾਉਂਦਾ ਹੈ। ਉਸ ਵੇਲੇ ਇਕਾਗਰਤਾ ਦੀ ਲੋੜ ਹੈ ਬੱਚੇ ਨੂੰ ਸਿੱਖਿਆ ਦੇਣ ਲਈ। ਜਦੋਂ ਪੜ੍ਹ ਜਾਂਦਾ ਹੈ ਬੱਚਾ, ਡਿਗਰੀਆਂ ਕਰ ਜਾਂਦਾ ਹੈ, ਤਾਂ ਫਿਰ ਹੱਥ ਫੜ ਕੇ ਲਿਖਾਉਣ ਦੀ ਲੋੜ ਨਹੀਂ ਪੈਂਦੀ। ਪਰ ਪਹਿਲਾਂ ਇਹ ਸਭ ਕੁਛ ਕਰਨਾ ਪੈਂਦਾ ਹੈ। ਇਕਾਂਤ ਭਾਲਣੀ ਪੈਂਦੀ ਹੈ, ਅਲੱਗ ਹੋ ਕੇ ਸਿਮਰਨ ਕਰਨਾ ਪੈਂਦਾ ਹੈ। ਇਹ ਜ਼ਰੂਰੀ ਹੈ। ਦਿਸ ਇਜ਼ ਮਸਟ ਇਨ ਦਿਸ ਲਾਈਫ ਫॉर ਐਵਰੀ ਪਰਸਨ। ਅਤੇ ਉਹ ਬੇਣੀ ਭਗਤ ਇਕਾਂਤ ਵਿੱਚ ਜਾ ਕੇ ਬੈਠਦਾ ਹੈ ਅਤੇ ਲਿਵ ਲਾਉਂਦਾ ਹੈ ਪਰਮੇਸ਼ਰ ਦੇ ਨਾਲ। ਕਰਮ ਕਰੇ ਅਧਿਆਤਮੀ, ਹੋਰਸ ਕਿਸੇ ਨਾ ਅਲਖ ਲਖਾਵੇ। ਅਧਿਆਤਮੀ ਕਰਮ ਕਰਦਾ ਹੈ ਘਰ ਦੇ ਵਿੱਚ, ਅਤੇ ਹੋਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਅਤੇ ਜੰਗਲ ਦੇ ਵਿੱਚ ਸਾਰਾ ਦਿਨ ਬੈਠ ਕੇ ਤਪੱਸਿਆ ਕਰਕੇ ਆਉਂਦਾ ਹੈ। ਅਤੇ ਅਸੀਂ ਕੀ ਕਰਦੇ ਹਾਂ, ਜੇਕਰ ਪਾਠ ਕਰਨ ਲੱਗੀਏ ਤਾਂ ਉੱਚੀ ਉੱਚੀ ਪਾਠ ਕਰਦੇ ਹਾਂ ਕਿ ਦੂਸਰਿਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਪਾਠ ਕਰਦੇ ਹਾਂ। ਦੂਸਰਾ ਇਸ ਚੀਜ਼ ਦਾ ਲੋਕਾਂ ਕੋਲ ਜ਼ਿਕਰ ਕਰਕੇ ਬਹੁਤ ਪਾਠ ਕਰਦਾ ਹੈ। ਇਹ ਰੋਜ਼ ਗੁਰਦੁਆਰੇ ਜਾਂਦਾ ਹੈ, ਰੋਜ਼ ਮੰਦਰ ਜਾਂਦਾ ਹੈ, ਰੋਜ਼ ਮਸੀਤ ਜਾਂਦਾ ਹੈ। ਇਹ ਕੰਨਾਂ ਦੇ ਵਿੱਚ ਸਾਡੇ ਆਵਾਜ਼ਾਂ ਪੈਣੀਆਂ ਚਾਹੀਦੀਆਂ ਹਨ, ਤਾਂ ਮਨ ਨੂੰ ਟਿਕਾ ਆਉਂਦਾ ਹੈ ਕਿ ਅਸੀਂ ਭਗਤ ਹਾਂ। ਪਰ ਆਪਣੇ ਅੰਦਰ ਖੋਜ ਕਰਕੇ ਦੇਖੋ ਕਿ ਅਸੀਂ ਭਗਤ ਹਾਂ ਕਿ ਨਹੀਂ ਹਾਂ। ਅਧਿਆਤਮਿਕ ਕਰਮ ਕਰਦੇ ਹਾਂ ਕਿ ਨਹੀਂ ਕਰਦੇ ਹਾਂ, ਤਾਂ ਲੋਕਾਂ ਨੂੰ ਦਿਖਾਉਣ ਲਈ ਕਰਦੇ ਹਾਂ। ਪਿਆਰੀ ਸਾਧ ਸੰਗਤ, ਉਹ ਬੇਣੀ ਭਗਤ ਕੀ ਕਰਦਾ ਹੈ, ਅਧਿਆਤਮਿਕ ਕਰਮ ਕਰਦਾ ਹੈ। ਹੋਰਸ ਕਿਸੇ ਨਾ ਅਲਖ ਲਖਾਵੇ, ਹੋਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ। ਘਰ ਆਇਆ ਜਾਂ ਪੁੱਛੀਏ, ਰਾਜ ਦੁਆਰ ਗਿਆ ਅਲਾਵੇ। ਘਰ ਦੇ ਪੁੱਛਦੇ ਹਨ ਕਿ ਤੂੰ ਕਿੱਥੋਂ ਆਇਆ ਹੈ, ਕਿੱਥੇ ਜਾਂਦਾ ਹੈ ਰੋਜ਼। ਅਤੇ ਬੇਣੀ ਭਗਤ ਆਖਦਾ ਹੈ ਕਿ ਮੈਂ ਰਾਜੇ ਦੇ ਦਰਬਾਰ ਦੇ ਵਿੱਚ ਜਾਂਦਾ ਹਾਂ। ਬੇਣੀ ਭਗਤ ਪੰਡਤ ਸੀ, ਬ੍ਰਾਹਮਣ ਕੁਲ ਦਾ ਸੀ, ਕਿ ਮੈਂ ਰਾਜ ਦੁਆਰ ਦੇ ਵਿੱਚ ਕਥਾ ਕਰਨ ਜਾਂਦਾ ਹਾਂ। ਰਾਜਾ ਮੇਰੇ ਕੋਲੋਂ ਕਥਾ ਸੁਣਦਾ ਹੈ ਰੋਜ਼, ਮੈਂ ਉੱਥੇ ਜਾਂਦਾ ਹਾਂ। ਇਹ ਬਹਾਨਾ ਪਾ ਦੇਣਾ। ਘਰ ਸਭ ਬੱਥ ਮੰਗੀਅਨ, ਬਲ ਛਲ ਕਰਕੇ ਚਤਨ ਗਾਵੇ। ਪਰ ਘਰ ਵਾਲੇ ਲੋਕ ਤਾਂ ਇਹ ਮੰਗਦੇ ਹਨ ਕਿ ਇੱਥੇ ਪਿਆਜ਼ ਮੁੱਕੇ ਹੋਏ ਹਨ, ਇੱਥੇ ਹਲਦੀ ਨਹੀਂ ਹੈ, ਇੱਥੇ ਮਿਰਚਾਂ ਨਹੀਂ ਹਨ, ਇੱਥੇ ਆਟਾ ਨਹੀਂ ਹੈ, ਦਾਲ ਨਹੀਂ ਹੈ, ਘਿਓ ਨਹੀਂ ਹੈ, ਕੋਈ ਲੂਣ ਨਹੀਂ ਹੈ। ਕਿਸ ਤਰ੍ਹਾਂ ਸਬਜ਼ੀ ਦਾਲ ਬਣਾਈਏ, ਕਿਸ ਤਰ੍ਹਾਂ ਰੋਟੀਆਂ ਬਣਾਈਏ। ਇਹ ਘਰ ਵਾਲੇ ਕਹਿੰਦੇ ਹਨ ਕਿ ਸਾਨੂੰ ਚੀਜ਼ਾਂ ਚਾਹੀਦੀਆਂ ਹਨ। ਘਰ ਸਭ ਬੱਥੂ ਮੰਗੀਅਨ, ਬੱਥੂ ਭਲ ਵਸਤਾਂ ਮੰਗਦੇ ਹਨ ਖਾਣ ਪੀਣ ਲੀਆਂ, ਪਾਉਣ ਲਈ ਵਸਤਰ ਮੰਗਦੇ ਹਨ, ਚੱਲਣ ਲਈ ਕੁਛ ਨਾ ਕੁਛ, ਘੋੜੇ ਦੀ ਵਸੀਲੇ ਮੰਗਦੇ ਹਨ। ਸਾਰਿਆਂ ਦੀ ਕੋਈ ਨਾ ਕੋਈ ਮੰਗ ਹੈ। ਪਰ ਉਹ ਬੇਣੀ ਭਗਤ ਕੀ ਕਰਦਾ ਹੈ, ਬਲ ਛਲ ਕਰਕੇ ਝੱਤ ਨਗਾਵੇ। ਭਾਵ ਆਪਣਾ ਝੱਟ ਪੂਰਾ ਕਰਦਾ ਹੈ ਬਲ ਛਲ ਕਰਕੇ, ਝੂਠ ਝਾਠ ਬੋਲ ਕੇ ਕਿ ਮੈਂ ਉੱਥੇ ਦਰਬਾਰ 'ਚ ਕਥਾ ਕਰਨ ਜਾਂਦਾ ਹਾਂ ਅਤੇ ਰਾਜਾ ਕੁਛ ਨਾ ਕੁਛ ਦੇਵੇਗਾ ਜਦੋਂ ਕਥਾ ਖਤਮ ਹੋਵੇਗੀ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ 'ਤੇ ਆਵੇ। ਘਰ ਦੇ ਵਿੱਚ ਬੜੀ ਲੜਾਈ ਹੁੰਦੀ, ਸਾਂਗ ਵਰਤਦਾ ਭਾਵ ਬੜਾ ਕਲੇਸ਼ ਹੁੰਦਾ। ਉਹ ਇੱਕ ਮਨ ਪਰਮੇਸ਼ਰ 'ਤੇ ਆਵੇ, ਉਹ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਧਿਆਉਂਦਾ ਹੈ ਜੰਗਲ ਦੇ ਵਿੱਚ ਜਾ ਕੇ। ਪੈਜ ਸਵਾਰੇ ਭਗਤ ਦੀ, ਰਾਜਾ ਹੋਏ ਕਿ ਘਰ ਚੱਲ ਆਵੇ। ਜਦੋਂ ਅੱਤ ਦਾ ਹੋ ਗਿਆ ਕੰਮ, ਤਾਂ ਬੇਣੀ ਭਗਤ ਉੱਥੇ ਤਪੱਸਿਆ ਕਰ ਰਿਹਾ ਹੈ। ਭਗਵਾਨ ਨੇ ਕੀ ਕੀਤਾ, ਰਾਜੇ ਦਾ ਰੂਪ ਧਾਰਨ ਕੀਤਾ, ਅਤੇ ਰਾਜਾ ਗੱਡਿਆਂ ਉੱਤੇ ਸਮਾਨ ਲੱਦ ਕੇ, ਰੱਥਾਂ ਉੱਤੇ ਸਮਾਨ ਲੱਦ ਕੇ ਬੇਣੀ ਭਗਤ ਦੇ ਘਰ ਆ ਗਿਆ। ਘਰ ਆ ਕੇ ਆਖਦਾ ਹੈ ਕਿ ਅੱਜ ਕਥਾ ਦਾ ਭੋਗ ਪਿਆ ਹੈ, ਮੈਂ ਵੀ ਸੋਚਿਆ ਕਿ ਮੈਂ ਭਗਤ ਦੇ ਘਰ ਜਾ ਕੇ ਆਵਾਂ। ਆਹ ਸਮਾਨ ਮੈਂ ਲੈ ਕੇ ਆਇਆ ਹਾਂ, ਇਹ ਤੁਸੀਂ ਖੁੱਲ੍ਹਾ ਵਰਤੋ, ਭੰਡਾਰੇ ਕਰੋ, ਯੱਗ ਕਰੋ। ਤੁਹਾਡੇ ਕੋਲ ਇਹ ਸਮਾਨ ਖਤਮ ਨਹੀਂ ਹੋ ਸਕਦਾ, ਖਾਣ ਪੀਣ ਦਾ ਵੀ, ਪਾਉਣ ਲੈਣ ਦਾ ਵੀ। ਪੈਜ ਸਵਾਰੇ ਭਗਤ ਦੀ, ਰਾਜਾ ਹੋਏ ਕਿ ਘਰ ਚੱਲ ਆਵੇ। ਬੇਣੀ ਭਗਤ ਦੇ ਘਰ ਚੱਲ ਕੇ ਆ ਗਿਆ ਰਾਜਾ ਬਣ ਕੇ ਪਰਮੇਸ਼ਰ। ਦੇ ਦਲਾਸਾ ਤੁਸ ਕੇ ਅਣਗਿਣਤੀ ਖਰਚੀ ਪਹੁੰਚਾਵੇ। ਉਹ ਖੁਸ਼ ਹੋ ਕੇ ਦਿਲਾਸਾ ਦਿੰਦਾ ਹੈ ਕਿ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਮੈਂ ਰਾਜਾ ਹਾਂ। ਅਣਗਿਣਤੀ ਖਰਚੀ ਪਹੁੰਚਾਵੇ, ਇੰਨਾ ਧਨ ਦੇ ਦਿੱਤਾ ਵੀ ਗਿਣਤੀ ਵਿੱਚ ਨਹੀਂ ਆਉਂਦਾ। ਹੀਰੇ ਜਵਾਹਰਾਤ, ਸੋਨਾ ਚਾਂਦੀ, ਖਾਣ ਪੀਣ ਦੇ ਸਮਾਨ, ਪਾਉਣ ਦੇ ਸਮਾਨ, ਚੱਲਣ ਦੇ ਸਮਾਨ, ਜੋੜਿਆਂ ਦੇ ਸਮਾਨ, ਹੋਰ ਲਟਰਮ ਪਟਰਮ ਸਭ ਕੁਝ ਦੇ ਦਿੱਤਾ। ਉੱਥੋਂ ਆਇਆ ਭਗਤ ਪਾਸ, ਹੋਏ ਦਿਆਲ ਹਿਤ ਉਪਜਾਵੇ। ਪਰ ਉੱਧਰ ਬੇਣੀ ਭਗਤ ਤਪੱਸਿਆ ਕਰਦਾ ਹੈ ਜੰਗਲ ਦੇ ਵਿੱਚ ਬੈਠ ਕੇ, ਉਸਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਹੈ।
ਪਰਮੇਸ਼ਰ ਦੇ ਨਾਲ ਲਿਵ ਲੱਗੀ ਹੋਈ ਹੈ। ਉਹ ਪਰਮੇਸ਼ਰ ਜਿਹੜਾ ਰਾਜਾ ਰੂਪ ਬਣਿਆ ਸੀ, ਉੱਥੋਂ ਚੱਲ ਕੇ ਜੰਗਲ ਦੇ ਵਿੱਚ ਆਉਂਦਾ ਹੈ ਬੇਣੀ ਭਗਤ ਦੇ ਕੋਲ। ਭਗਤ ਪਾਸ ਹੋਏ ਦਇਆਲ ਹੇਤ ਉਪਜਾਵੇ, ਅਤੇ ਬੇਣੀ ਭਗਤ ਨੂੰ ਦੇਖ ਕੇ ਬੜਾ ਪਿਆਰ ਕਰਦਾ ਹੈ ਉਹ ਪਰਮੇਸ਼ਰ ਰਾਜਾ। ਕਹਿੰਦਾ ਵੀ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ, ਤੂੰ ਮੇਰਾ ਨਾਮ ਜਪਿਆ ਹੈ, ਮੈਂ ਤੇਰੇ 'ਤੇ ਖੁਸ਼ ਹਾਂ। ਭਗਤ ਜਨਾ ਜੈਕਾਰ ਕਰਾਵੇ। ਉਹ ਰਾਜਾ ਰੂਪ ਪਰਮੇਸ਼ਰ ਰਾਮ ਅੱਲਾ ਵਾਹਿਗੁਰੂ ਜੈਕਾਰ ਕਰਾਉਂਦਾ ਹੈ ਭਗਤਾਂ ਦੀ। ਅਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਬੇਣੀ ਭਗਤ ਨੇ ਕਥਾ ਕੀਤੀ ਹੈ ਰਾਜੇ ਦੀ, ਅਤੇ ਭੋਗ ਪਿਆ ਹੈ। ਅਤੇ ਉਹ ਰਾਜਾ ਚੱਲ ਕੇ ਉਹਦੇ ਘਰ ਆਇਆ ਹੈ, ਵਡਿਆਈ ਹੋਈ ਭਗਤੀ ਦੀ। ਅਤੇ ਅੰਤ ਵਿੱਚ ਉਸ ਬੇਣੀ ਭਗਤ ਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੀ। ਅਤੇ ਨਾਲੇ ਪਦਾਰਥ ਦਿੱਤੇ, 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਦੇ ਸਦ ਗਾਵੇ। ਜੇ ਕੋ ਆਪਣੀ ਸੋਭਾ ਲੋੜੇ ਸਾਧ ਸੰਗ ਇਹ ਹੋਮੈ ਛੋੜੇ। ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜੱਸਾ। ਇਹ ਬਾਣੀ ਆਖਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।